प्यारे विद्यार्थियों, नमस्कार सारे बच्चों ਨੂੰ एक बारी असी फिर हाजिर हाँ। इस बार असी वर्कशीट क्लास 9वीं संख्या प्रणाली नंबर सिस्टम में लेके आए हाँ। मैं तुहानू पहले भी गल की सी कि एग्जाम्पल्स तो बाद असी वर्कशीट करांगे। शुरुआत करते हैं संपूर्ण संख्यावां तो। साडा पहला सवाल है, बराबर है असी चंगी तरह जानते हैं कि संपूर्ण संख्यावां की होंदियां ने। संपूर्ण संख्यावां होंदियां ने जिहड़ी कि नंबर लाइन ते संख्या रेखा के दोनों पासे वधियां ने। असी सामने देख रहे हैं जीरो, असी यह देख रहे हैं जीरो। हुण साडे दिमाग फटाफट फौरन आ जाता है कि जीरो तो पहला -1 पर जीरो तो बाद, पर नहीं। अगर जे गल करिए कि -1 ते 1 गलत है, वो भी गल नहीं है। पर ਇਹਦੇ ਵਿੱਚ अगर मैं लिख दिया ऋणात्मक संख्या, ਇਹਦੇ ਵਿੱਚ लिखदा मैं धनात्मक संख्या। ਹੁਣ ਤੁਸੀਂ ਦੇਖੋਗੇ कि जेकर ਇੱਥੇ ਅਸੀਂ ਲੈ ਜਾਂਦੇ ਹਾਂ -1 ਤੇ ਪੱਕੀ ਗੱਲ ਹੈ ਇੱਥੇ 1 ਆਏਗਾ। ਪਰ ਜੇ ਅਸੀਂ ਇੱਥੇ ਲੈਣੇ ਆ -2 ਤਾਂ ਫਿਰ ਉਸ ਤੋਂ ਬਾਅਦ ਸਾਡਾ ਅਗਲਾ ਸਵਾਲ ਜਿਹੜਾ दूसरा, सब तो छोटी पूर्ण संख्या ਕਿਹੜੀ है। पूर्ण संख्या ਤਾਂ ਤੁਹਾਨੂੰ अच्छी तरह पता होनी है कि जिस तरह की असी संपूर्ण संख्यावां ਉਹ ਹੁੰਦੀਆਂ ਨੇ ਜਿਹੜੀ कि जीरो के दोनों पासे चलदियां ने, खब्बे भी ते सज्जे भी, ऋणात्मक भी ते धनात्मक भी। पर पूर्ण संख्या ਜਿਹੜੀ है वो जीरो तो शुरू ਹੁੰਦੀ है ते लगातार ਅੱਗੇ ਵਧਦੀ। ਹੁਣ ਤੁਸੀਂ ਇਹ देखो कि ये पूर्ण संख्यावां आ गईਆਂ, ये लगातार चल रही है, सज्जे पासे हमेशा वधियां पईयां। पर शुरुआत कित्थों होंदी है? जीरो तो। इस करके जीरो सब तो छोटी संख्या है। क्वेश्चन नंबर 3, संख्या 3 ਦਾ ਜੋੜਾਤਮਕ ਉਲਟ ਤੇ 3 ਦਾ ਗੁਣਾਤਮਕ ਉਲਟ ਕੀ ਹੋਵੇਗਾ। ਅਸੀਂ ਅਗਰ ਗੱਲ ਕਰੀਏ 3 ਦਾ ਜੋੜਾਤਮਕ ਉਲਟ, ਤਿੰਨ ਵਿੱਚ ਅਸੀਂ ਕੀ ਜਮਾ ਕਰੀਏ ਕਿ ਇਹ ਜ਼ੀਰੋ ਕਰ ਦੇ। 3 ਘਟਾਓ 3 ਬਰਾਬਰ 0। ਇਹਦਾ ਮਤਲਬ -3 ਕੀ ਹੋਇਆ? ਜੋੜਾਤਮਕ ਉਲਟ ਹੋਇਆ। ਇਸੇ ਤਰ੍ਹਾਂ 3 ਦਾ ਗੁਣਾਤਮਕ ਉਲਟ, 3 ਦਾ ਗੁਣਾਤਮਕ ਉਲਟ ਕੀ ਹੋਇਆ? 3 ਦਾ ਗੁਣਾਤਮਕ ਉਲਟ ਹੈ 3 ਗੁਣਾ 1/3। ਉਹ ਸੰਖਿਆ ਜਿਹੜੀ ਕਿਸੇ ਸੰਖਿਆ ਨੂੰ ਗੁਣਾ ਕਰਨ ਤੇ 1 ਕਰ ਦੇਵੇ ਉਹਨੂੰ ਕਹਿੰਦੇ ਨੇ ਗੁਣਾਤਮਕ ਉਲਟ। ਇਹਦਾ ਮਤਲਬ 3 ਨੂੰ 1/3 ਨੇ ਗੁਣਾ ਕਰਨ ਤੇ 1 ਕਰ ਦਿੱਤਾ। ਸਾਡਾ 3 ਦਾ ਗੁਣਾਤਮਕ ਉਲਟ ਕੀ ਆ ਗਿਆ? ਆਨਸਰ ਕੀ ਆ ਗਿਆ? ਇਹ ਤੁਹਾਡਾ ਆਨਸਰ ਆ ਜਾਏਗਾ। ਇਹ ਸਨ ਸਾਡੇ ਪਹਿਲੇ 3 ਸਵਾਲ। ਹੁਣ चौथे सवाल देखो तुसी,
साडा चौथा सवाल है ए घटाओ बी गुना ए जमा बी। चौथा सवाल साडा ए जमा बी गुना ए घटाओ बी, ए किहदे बराबर है? ये फार्मूला तो तुसीं शायद 8वीं च भी पढ़िया होना। ए दी 2 घटाओ बी। पंजवां सवाल 1/2 जमा 1/3 एक दे बराबर होगा। तुसीं देखो ਇਹਦਾ पहला पार्ट है आ, दूसरा पार्ट साडा आ -1/2 जमा 1/3, तीसरा पार्ट है -1/2 -1/3। हुण तुसीं देखो 2 3 2 3 2 3 ਇਹਨਾਂ ਦਾ ਲਘੁੱਤਮ ਕਿੰਨਾ ਆਏਗਾ 6 6 6 2 3 6 3 गुना 1 3 जमा 3 दूनी 6 2 एकम 2। उसी तरीके नाल 2 3 6 3 गुना -1 -3 जमा 6 ਨੂੰ ਭਾਗ ਕਰੋ 3 ਨਾਲ 2 2 गुना 1 2 2 3 6 3 गुना -1 -3 3 दूनी 6 -1 गुना -1 गुना 2 -2। ਹੁਣ ਤੁਸੀਂ ਦੇਖੋ ਕਿ ਸਾਡੇ ਅਕਸ਼ਰ ਸੇਮ ਨੇ, ਡਿਜਿਟਸ ਸੇਮ ਨੇ, ਪਰ ਉਹਨਾਂ ਦੇ ਨਿਸ਼ਾਨ ਜਿਹੜੇ ਨੇ ਉਹ ਉਲਟ ਹੋ ਗਏ ਨੇ। ਜਦੋਂ ਦੋਵੇਂ ਨਿਸ਼ਾਨ ਬਰਾਬਰ ਹੋਣ, ਇੱਥੇ ਵੀ ਪਲੱਸ ਹੈ ਤੇ ਇੱਥੇ ਵੀ ਪਲੱਸ ਹੈ, ਤੁਸੀਂ ਗੌਰ ਕਰੋ ਬੱਚੋ, ਇਹ ਵੀ ਪਲੱਸ ਹੈ ਇਹ ਵੀ ਪਲੱਸ ਹੈ। ਜਦੋਂ ਦੋਵੇਂ ਨਿਸ਼ਾਨ ਬਰਾਬਰ ਹੋਣ ਤਾਂ ਦੋਨਾਂ ਨੂੰ ਜਮਾ ਕਰ ਦਿਓ ਤੇ ਨਿਸ਼ਾਨ ਉਹੀ ਲਗਾ ਦਿਓ। ਜਦੋਂ ਦੋਵੇਂ ਨਿਸ਼ਾਨ ਬਰਾਬਰ ਹੋਣ ਤਾਂ ਦੋਨਾਂ ਨੂੰ ਜਮਾ ਕਰ ਦਿਓ ਪਰ ਨਿਸ਼ਾਨ ਉਹੀ ਲਗਾ ਦਿਓ। ਪਰ ਇਹ ਥੋੜਾ ਜਿਹਾ ਅਲੱਗ ਹੋ ਗਿਆ। ਜਦੋਂ ਦੋਵੇਂ ਨਿਸ਼ਾਨ ਅਲੱਗ-ਅਲੱਗ ਹੋਣ ਤਾਂ ਵੱਡੇ ਚ ਛੋਟਾ ਘਟਾਓ, 3 ਘਟਾਓ 2 1, ਪਰ ਨਿਸ਼ਾਨ ਵੱਡੇ ਦਾ ਲਗਾਣਾ। ਠੀਕ ਚਲੇ ਸੀ, ਪਰ ਸਾਰਿਆਂ ਦੇ ਆਨਸਰ ਜਿਹੜੇ ਨੇ ਉਹ ਅਲੱਗ-ਅਲੱਗ ਚੱਲ ਰਹੇ ਨੇ। ਇਹ ਸੀ ਸਾਡਾ ਪੰਜਵਾਂ ਸਵਾਲ। ਡਿਜਿਟਸ ਸੇਮ ਸੀ ਪਰ ਉਹਨਾਂ ਦੇ ਆਨਸਰ ਜਿਹੜੇ ਨੇ ਅਲੱਗ-ਅਲੱਗ ਸੀ, ਕਿਉਂਕਿ ਇਹਨਾਂ ਦੇ ਨਿਸ਼ਾਨ ਜਿਹੜੇ ਨੇ ਉਹ ਅਲੱਗ-ਅਲੱਗ ਸੀ। ਬੱਚਿਆਂ ਨੂੰ ਮੈਂ ਇੱਕ ਗੱਲ ਜ਼ਰੂਰ ਸਮਝਾਉਣਾ ਚਾਹਾਂਗਾ ਕਿ ਜਿਸ ਤਰ੍ਹਾਂ ਹੀ ਅਗਰ ਅਸੀਂ ਜਮਾ ਦਾ ਸਵਾਲ ਆਏਗਾ, ਤੁਸੀਂ ਗੌਰ ਕਰੋ ਬੱਚੋ ਕਿ ਜੇਕਰ ਤੁਹਾਨੂੰ ਇਹ ਸਵਾਲ ਪਾ ਦਿੱਤਾ ਜਾਏ ਤਾਂ ਸ਼ਾਇਦ ਤੁਸੀਂ ਫੌਰਨ ਫਟਾਫਟ ਕੱਢ ਲਓ। ਇਹ ਤੇ ਇਹ ਜਦੋਂ ਸਵਾਲ ਤੁਹਾਨੂੰ ਪਾਏ ਜਾਣਗੇ ਤੇ ਤੁਸੀਂ ਇੱਕ ਵਾਰੀ ਜ਼ਰੂਰ ਸੋਚੋਗੇ ਕਿ ਵੀ ਇਹ ਸਵਾਲ ਕਿੱਦਾਂ ਕੱਢਣਾ ਹੈ। ਸ਼ਾਇਦ ਅਗਰ ਅਸੀਂ ਗੌਰ ਕਰੀਏ ਕਿ ਗੁਣਾ ਜਮਾ ਘਟਾਓ ਤੇ ਭਾਗ, ਇਹ ਅਗਰ ਮੰਨ ਲਓ 4 ਸਾਡੇ ਕੋਲ ਨਿਸ਼ਾਨ ਨੇ, ਇਹਨਾਂ ਚੋਂ ਸਭ ਤੋਂ ਜ਼ਿਆਦਾ ਖਤਰਨਾਕ ਜਿਹੜਾ ਉਹ ਘਟਾਓ ਹੈਗਾ। ਬੱਚਾ ਇਸ ਸਾਈਨ ਨੂੰ ਦੇਖਦੇ ਹੀ ਸ਼ਾਇਦ ਸਵਾਲ ਭੁੱਲ ਜਾਂਦਾ ਕਿ ਕਿਸ ਤਰ੍ਹਾਂ ਕੱਢਣਾ ਹੈਗਾ, ਪਰ ਮੈਂ ਤੁਹਾਨੂੰ ਬੜੇ ਕਲੀਅਰ ਸਮਝਾਇਆ। ਤੁਸੀਂ ਰਿਵਾਈਜ਼ ਕਰਕੇ ਦੇਖੋ ਕਿ ਬਈ ਇਹ ਸਵਾਲ ਜਿਹੜਾ ਹੈ ਉਹ ਕਿਸ ਤਰੀਕੇ ਨਾਲ ਕਢਾਇਆ ਗਿਆ ਹੈਗਾ, ਇਹ ਕਿੱਥੋਂ ਆ ਗਿਆ, ਇਹ ਕਿੱਥੋਂ ਆ ਗਿਆ, ਇਹ ਕਿੱਥੋਂ ਆ ਗਿਆ, ਤੁਹਾਨੂੰ ਸਾਰਾ ਕੁਝ ਕਲੀਅਰ ਹੋ ਜਾਏਗਾ। ਇਹ ਛੋਟੀ ਛੋਟੀਆਂ ਗੱਲਾਂ ਜਿਹੜੀਆਂ ਨਾ ਬੱਚੇ ਨੂੰ ਇੰਟੈਲੀਜੈਂਟ ਬਣਾਉਂਦੀਆਂ ਨੇ। ਸਾਡਾ ਹੁਣ ਅਗਲਾ ਸਵਾਲ ਹੈ -1 1/2 3/2 5 ਨੂੰ ਸੰਖਿਆ ਰੇਖਾ ਤੇ ਦਰਸਾਓ। ਲੋ ਜੀ, ਤੁਹਾਡੇ ਸਾਹਮਣੇ ਇੱਕ ਸੰਖਿਆ ਰੇਖਾ 0
सज्जे पासे चलांगे तो सारे जमा दे ने 1 2 3 4 5 पर -1 -2 -3 -4 सब तो पहले देखो -1 -1 तुसी देखोगे तो यह वाला अद्धा हाफ 1 ते 0 ਦੇ ਵਿਚਕਾਰ ਆਏਗਾ क्योंकि यह जमा दा इस करके 0 ਦੇ ਸੱਜੇ ਪਾਸੇ ਆ ਰਿਹਾ। ਹੁਣ देखो 3/2 3/2 ਦਾ एक्चुअल च मीनिंग की है 3/2 ਦਾ मतलब अगर ਅਸੀਂ देखिए 1.5 भी है तो 1/2 ਅਸੀਂ दोनों पार्ट अगर देखिए तो दोनों ही ये 1.5 हो गया भी 1.5 है 1.5 मतलब है कि 1 ਤੇ 2 ਦੇ ਵਿਚਕਾਰ 1.5 कह लो या 1 से 1/2 ਤੇ या 3/2 नेक्स्ट 5 आसानी ਨਾਲ मिल जाएगा ਤੁਹਾਨੂੰ क्योंकि ए वाले ਤੇ ए वाले तीनों जमा ਦੇ ਸੀ ਇਸ ਕਰਕੇ ए 0 ਦੇ ਸੱਜੇ ਪਾਸੇ ਆਣਗੇ। ਇਸ ਤਰੀਕੇ ਨਾਲ ਤੁਸੀਂ ਹੋਰ ਵੀ ਸਵਾਲ ਕਰ ਸਕਦੇ ਹੋ। ਤੁਸੀਂ ਸਾਡਾ ਅਗਲਾ ਸਵਾਲ ਜਿਹੜਾ ਉਹ ਹੈ ਉਹ ਮੈਂ ਇੱਕ ਡਾਇਗਰਾਮ ਬਣਾਈ ਹੈ ਇਹ ਵਾਲੇ ਤੁਸੀਂ ਇਸ ਡਾਇਗਰਾਮ ਨੂੰ ਦੇਖ ਰਹੇ ਹੋ ਕਿ ਇੱਕ ਆਦਮੀ ਹੈ ਉਹਦਾ ਸੰਖਿਆ ਰੇਖਾ ਤੇ ਪੈਰ ਕਿੱਥੇ ਤੇ ਕਿੱਥੇ ਜਾ ਰਿਹਾ पिछला पैर किधर जा रहा है तो अगला पैर कितने पै रहा संख्या रेखा के उपर रखा उन्हें पैर अगर तुसी ध्यान नाल वेखो तो जिहड़ा पिछला पैर है वो है -1 ते जिहड़ा अगला है वो है 1 ते 2 दे विचकार 1 ते 2 दे विचकार यानी कि 1.5 इनू तुसी की लिखोगे 1 से 1/2 या 3/2 कुछ भी लिख सकते हो। ये सवाल काफ़ी ईजी सी ये तो शायद तुहानू सारे बच्चों को पता होगा क्योंकि इस तरीके के जोड़े छोटे छोटे सवाल है शायद असी 7वीं 8वीं च भी कर चुके हैं। साडा इस तो बाद असी अगे बढ़ते हैं। सवाल थोड़ा जा पहला भी ऐसी कर चुके हैं ਅਸੀਂ एग्जाम्पल च इस तरीके का सवाल कर चुके हैं। एक स्पाइरल जी बन रही सी वो तुसी देखी सी कि जो असी वर्गमूल 2 का कढ़िया सी असी कढ़िया सी वर्गमूल 2 नूं संख्या रेखा दे दर्शाओ पर यह तो असी निकाल लिया। हुण साडे कोल हैगा वर्गमूल 5 नूं संख्या रेखा ते दर्शाओ। चलो इहदे लई असीं सब तो पहला की करदे हां कोई रेखा ले लीए। एक्स ते वाई दे कोई बिंदु ए लो वर्गमूल 5 है इसलिए असी की करेंगे 2 सेंटीमीटर लवांगे एक ते ए 2 सेंटीमीटर ले लिया। एनू तुसी नाम दे दियो बी। प्रकार की सहायता नाल तुसी बिंदु बी ते एक 90 डिग्री का कोण खिंचो। प्रकार की सहायता नाल शायद तुहानू प्रकार थोड़ी जी फिक्की लगे मैं तुहानू
ਇਹਦੇ ਤੇ ਤੁਸੀਂ ਇੱਕ 90 ਡਿਗਰੀ ਦਾ ਕੋਣ ਬਣਾਓ। 90 ਡਿਗਰੀ ਦਾ ਕੋਣ ਤੇ ਸ਼ਾਇਦ ਤੁਹਾਨੂੰ 6ਵੀਂ ਚ ਵੀ ਆਂਦਾ ਸੀ, 7ਵੀਂ ਚ ਵੀ ਆਂਦਾ ਸੀ। ਇਹਦਾ ਦੂਸਰਾ ਢੰਗ ਵੀ ਹੈ 90 ਡਿਗਰੀ ਬਣਾਉਣ ਦਾ। ਤੁਸੀਂ ਜਿਸ ਤਰ੍ਹਾਂ ਇਹ ਦੇਖੋ, ਤੁਸੀਂ ਇਹ नब्बे डिग्री का कोण बन गया। एन ऊपर तक ले जाओ। ये 2 सेंटीमीटर है, एनू तुसी 1 सेंटीमीटर कटो। दो सेंटीमीटर 1 सेंटीमीटर, यह तुहाडा बिंदु आ गया सी। ए सी नूं मिलाओ। सानू एक त्रिभुज मिल गई ए बी सी, जिहदे च एक कोण 90 डिग्री का ते 90 डिग्री के सामने वाली भुजा मिल गई कर्ण। ये क्योंकि 90 डिग्री का। हुण सानू पता कि ए बी सी विच यह 2 सेंटीमीटर है, यह 1 सेंटीमीटर है, पर ए सी की चीज़ है। आओ देखते हैं। असी इहदे विच पाइथागोरस थ्योरम जिहड़ी आ यूज़ करांगे। ए सी दी 2 बराबर है बी सी दी 2 जमा ए बी दी 2। बी सी साढ़े को आ गया 1 दी 2 जमा 2 दी 2। 1 जमा 2 दूनी 4। ए सी कितना आ गया साढ़े को? ए सी आ गया वर्गमूल 5। ए वर्गमूल 5 आ गया। क्योंकि असी तुसी ऊपर हैडिंग पढ़ो, दी रकम पढ़ो कि वर्गमूल 5 नूं संख्या रेखा उत्ते दर्शाना है, तो असी प्रकार नाल की करांगे, ए सी जिन्नी प्रकार खोलांगे तो ये खिंचते हुए असी इहनूं बड़े प्यार नाल ए लै जांगे। सानूं एक बिंदु मिलिया नवां, इस बिंदु नूं तुसी पी मान लो। साढ़े कोल ए पी की आ गया वर्गमूल 5। अगर तुसी प्रैक्टिकली अगर देखोगे तो तुसी एक स्केल लवो। स्केल नाल यही चीज अगर करके देखोगे तो तुसी देखोगे कि जिस तरह के एक 2 सेंटीमीटर लई है, 1 सेंटीमीटर लई है, इत्थों धागा बन के तुसी खिंच के लैके आओगे तो तुहानूं स्केल विच फुट्टे विच पूरा वर्गमूल 5 की कीमत 2.236 शायद यही है। ये तुहानूं लगभग पूरी एक्यूरेट मिल जाएगी। इस तरीके नाल तुसी एक पहले भी कीता सी, जिद्दां वर्गमूल 2 का कीता सी। मैं तुहानूं एक रफ स्कैच बना के दिखाना कि ऐ लो तुसी जिस तरह के ओ ते ए लैंदे तुसी ए 1 सेंटीमीटर लैंदे तुसी। असी ए ते की करांगे 90 डिग्री का कोण खिंचांगे। 90 डिग्री का कोण खिंचण तो बाद ऊपर लै जांगे। उस तो बाद असी ओ ए ते ए बी ए भी 1 सेंटीमीटर लवांगे। ओ बी नूं मिलावांगे, ओ बी नूं मिलावांगे। साडे कोल ओ बी की आएगा? ओ बी आ जाएगा साडे कोल वर्गमूल 3। इत्थे तक मैं तुहानूं एग्जाम्पल च पहले भी करा चुका। हुण तुसी इत्थे एक 90 डिग्री का कोण फिर दोबारा खिंचो। एनू तुसी 1 सेंटीमीटर मुड़ के लवो, एनू तुसी फिर मिला दिओ। तुसी ये देखोगे ए बी सी, तुसी ये देखोगे तुहाडे कोल ए आ गया वर्गमूल 3। हुण तुसी प्रकार की मदद नाल तुसी एक फिर 90 डिग्री का कोण जिहड़ा ना वो तुसी खिंचना। फिर 1 सेंटीमीटर तुसी कटनी है, एनू तुसी मिला दो। क्योंकि यह 1 सेंटीमीटर, यह वर्गमूल 3 सेंटीमीटर है,
ਬਿੰਦੂ ਤੁਹਾਡੇ ਕੋਲ ਆ ਗਿਆ ਡੀ, ਤੇ ਤੁਹਾਡੇ ਕੋਲ ਓਡੀ ਆ ਜਾਏਗਾ ਵਰਗਮੂਲ 4, ਜਿਹਦੀ ਕੀਮਤ ਹੁੰਦੀ ਹੈ 2। ਪਰ ਅਸੀਂ ਤੇ ਪੁੱਜਣਾ ਵਰਗਮੂਲ 5 ਤੱਕ। ਚਲੋ ਅਸੀਂ ਫਿਰ ਇਹਦੇ ਤੇ ਇੱਕ 90 ਡਿਗਰੀ ਦਾ ਕੋਣ ਖਿੱਚ ਲੈਂਦੇ ਆ ਤੇ 1 ਸੈਂਟੀਮੀਟਰ ਫਿਰ ਅਸੀਂ ਕੱਟ ਲੈਂਦੇ ਆ। ਹੁਣ ਸਾਡੇ ਕੋਲ ਬਿੰਦੂ ਆ ਗਿਆ ਈ, ਤੇ OE ਨੂੰ ਅਸੀਂ ਮਿਲਾ ਲੈਂਦੇ ਆ। ਕਿਉਂਕਿ ਇਹ 1 ਸੈਂਟੀਮੀਟਰ ਹੈ, ਇਹ ਵੀ 1 ਸੈਂਟੀਮੀਟਰ ਹੈ, ਇਹ ਵੀ 1 ਸੈਂਟੀਮੀਟਰ ਹੈ। ਤੁਸੀਂ ਹੁਣ ਦੇਖੋਗੇ ਕਿ ਇਹ ਤ੍ਰਿਭੁਜ ODE ਵਿੱਚ ਸਾਡੇ ਕੋਲ ਇਹ ਵਾਲੀ ਚੀਜ਼ ਆ ਗਈ ਹੈ 2 ਸੈਂਟੀਮੀਟਰ, ਇਹ ਆ ਗਈ 1 ਸੈਂਟੀਮੀਟਰ। ਤੇ ਤੁਸੀਂ ਇਹ ਦੇਖੋ, ਤੁਸੀਂ 2 ਸੈਂਟੀਮੀਟਰ ਜਮਾ 1 ਸੈਂਟੀਮੀਟਰ ਬਰਾਬਰ ਹੈ। ਉਸੇ ਤਰੀਕੇ ਨਾਲ ਸਾਡਾ ਜਿਹੜਾ ਨਾ OE ਕੀ ਆ ਜਾਏਗਾ ਵਰਗਮੂਲ 5। ਇਹ ਸਪਾਇਰਲ ਮੈਥਡ ਹੈਗਾ, ਇਹ ਸਿੰਪਲ ਮੈਥਡ ਹੈਗਾ। ਪਰ ਇੱਕ ਗੱਲ ਮੈਂ ਤੁਹਾਨੂੰ ਬੱਚਿਓ ਕਲੀਅਰ ਕਰਨਾ ਚਾਹਾਂਗਾ ਕਿ ਸ਼ਾਇਦ ਤੁਸੀਂ ਇਹ ਯੂਜ਼ ਕਰੋਗੇ, ਕਿਉਂਕਿ ਸ਼ੁਰੂਆਤ ਵਿੱਚ ਸ਼ਾਇਦ ਪਹਿਲੇ ਇਹੀ ਯੂਜ਼ ਹੋਵੇਗੀ, ਤੇ ਅਗਰ ਜਦੋਂ ਤੁਹਾਨੂੰ ਇਹ ਬਣਾਉਣੀ ਆ ਗਈ ਉਸ ਤੋਂ ਬਾਅਦ ਤੁਸੀਂ ਡੈਫੀਨੇਟਲੀ ਇਹ ਯੂਜ਼ ਕਰੋਗੇ, ਕਿਉਂਕਿ ਇਹਦੇ 'ਚ 1 2 3 4 ਬਣ ਗਿਆ, ਇਹਦੇ 'ਚ ਸਿਰਫ 1 ਬਣਦੀ ਹੈਗੀ। ਹੁਣ ਤੁਸੀਂ ਕੀ ਕਰੋ ਕਿ ਇੰਨੀ ਪ੍ਰਕਾਰ ਖੋਲ ਕੇ ਤੁਸੀਂ ਇਹ ਲਿਆ, ਇਹ ਤੁਹਾਡੇ ਕੋਲ ਬਿੰਦੂ ਆ ਜਾਏਗਾ P, OP ਤੁਹਾਡੇ ਕੋਲ ਆ ਜਾਏਗੀ ਵਰਗਮੂਲ 5 ਦੀ ਕੀਮਤ ਆ ਜਾਏਗੀ ਤੁਹਾਡੇ ਕੋਲ। ਲਓ ਜੀ, ਇਹ ਤੁਹਾਡਾ ਆਨਸਰ ਆ ਗਿਆ। ਹੁਣ ਅਸੀਂ ਅਗਲੇ ਸਵਾਲ ਵੱਲ ਵਧਦੇ ਹਾਂ। ਸਾਡਾ 8ਵਾਂ ਸਵਾਲ ਹੈ, ਇਹ ਵੀ ਤੁਸੀਂ ਬੜੇ ਅੱਛੇ ਤਰੀਕੇ ਨਾਲ ਸਮਝਿਆ ਹੋਇਆ। 3 ਅਤੇ 4 ਵਿਚਕਾਰ 6 परिमेय संख्यावां। मैं तुहानूं पहले ही दस्सिया सी कि 3 ਨੂੰ ਅਸੀਂ 3/1 ਵੀ ਲਿਖ ਸਕਦੇ ਹਾਂ, 4 ਨੂੰ 4/1, ਉਹ ਅਸੀਂ P/Q ਦੇ ਰੂਪ ਵਿੱਚ ਹੀ ਲਿਖ ਸਕਦੇ ਹਾਂ। ਤੁਸੀਂ ਇੱਕ ਗੱਲ ਦੇਖੋ, ਨੋਟ ਕਰੋ ਕਿ ਕਿਉਂਕਿ ਇਹ ਹੈਗਾ 6 ਤੇ ਅਸੀਂ ਗੁਣਾ ਕਰਾਂਗੇ ਇਹਨੂੰ 7/7 ਨਾਲ। 3/1 ਗੁਣਾ 7/7 ਅਤੇ 4/1 ਗੁਣਾ 7/7, ਇਹ ਆ ਗਿਆ ਸਾਡੇ ਕੋਲ 21/7 ਅਤੇ 28/7। ਹੁਣ ਅਸੀਂ ਕਿਉਂਕਿ 6 ਪਰਿਮੇਯ ਸੰਖਿਆ ਕੱਢਣੀ ਹੈ, ਉਹ ਵੀ ਇਹਨਾਂ ਦੇ ਵਿਚਕਾਰ ਦੀ, ਇਸ ਕਰਕੇ ਇਹ ਦੋਨਾਂ ਨੂੰ ਅਸੀਂ ਬ੍ਰੈਕਟ ਦੇ ਬਾਹਰ ਲੈ ਲਾਂਗੇ ਤੇ ਅੰਦਰ ਇਹਨਾਂ ਦੇ ਵਿਚਕਾਰ ਪਰਿਮੇਯ ਸੰਖਿਆਵਾਂ ਲੈ ਲਾਂਗੇ। 22/7, 23/7, 24/7, 25/7, 26/7 ਤੇ 27/7। ਇਹ ਚੀਜ਼ ਦੇਖੋ ਤੁਸੀਂ। ਪਰਿਮੇਯ ਸੰਖਿਆ ਕੱਢਣ ਦਾ ਹੋਰ ਵੀ ਬਥੇਰੇ ਤਰੀਕੇ ਨੇ, ਜਿਸ ਤਰ੍ਹਾਂ ਕਿ ਇੱਕ ਇਹਨਾਂ ਦੇ ਵਿਚਕਾਰ ਕੱਢਣੀ ਆ ਗਿਆ ਕਿਉਂਕਿ ਉਹਨਾਂ ਦਾ ਇਹ ਦੇਖੋ 7/2, ਇਹ ਕੀ ਆ ਗਿਆ 3.5, ਤੁਸੀਂ 3.5, 1, 3.52, 3.53, 3.54, 3.55 ਤੇ 3.56 ਸਾਰੀਆਂ ਪਰਿਮੇਯ ਸੰਖਿਆ ਨੇ। ਸਾਡਾ ਅਗਲਾ ਸਵਾਲ ਅਸੀਂ हल करो। 3 जमा वर्गमूल 3, 3 घटाओ वर्गमूल 3। तुसी इस चक्के का फार्मूला पहले भी कर चुके हो, a जमा b, a घटाओ b, a बराबर होंदा a दी 2 घटाओ b दी 2। a कितना तुहाडे कोल 3 ते b कितना तुहाडे कोल वर्गमूल 3।
3 ਤੀਏ 9 ਵਰਗਮੂਲ 3 ਦੀ 2 3 9 ਘਟਾਓ 3 ਬਰਾਬਰ 6 ਆਨਸਰ ਆ ਗਿਆ। ਇਹ ਸੀ ਤੁਹਾਡਾ 10ਵਾਂ ਸਵਾਲ। ਹੁਣ ਉਸ ਤੋਂ ਬਾਅਦ ਸਾਡਾ 11ਵਾਂ ਸਵਾਲ ਜਿਹੜਾ हल करो। 2 ਦੀ ਘਾਤ 2/3 ਗੁਣਾ 2 ਦੀ ਘਾਤ 1/5। ਇਹ ਸਾਡਾ ਪਹਿਲਾ ਸਵਾਲ ਹੈ। ਸਾਡਾ ਦੂਸਰਾ ਪਾਰਟ ਇਹਦਾ ਆ ਬ੍ਰੈਕਟ ਸਟਾਰਟ ਹੈ 2 ਦੀ ਘਾਤ 2/3 ਇਹ ਸਾਰੇ ਦੀ ਘਾਤ 1/5। ਤੁਸੀਂ ਦੇਖੋ ਪਹਿਲਾ ਪਾਰਟ ਦੋਵਾਂ ਦੇ ਆਧਾਰ ਬਰਾਬਰ ਨੇ ਵਿੱਚ ਗੁਣਾ ਦਾ ਨਿਸ਼ਾਨ ਹੈ ਤੇ ਘਾਤਾਂ ਕੀ ਹੋ ਜਾਣਗੀਆਂ ਜਮਾ ਹੋ ਜਾਣਗੀਆਂ। 2 ਦੀ ਘਾਤ 2/3 ਜਮਾ 1/5। ਇਸ ਚੀਜ਼ ਨੂੰ ਤੁਸੀਂ ਰਫ ਕੰਮ 'ਚ ਯੂਜ਼ ਕਰ ਸਕਦੇ ਹੋ। ਜਿਸ ਤਰ੍ਹਾਂ 2/3 ਜਮਾ 1/5 ਇਹਦਾ ਲੁਕਤਮ ਆ ਗਿਆ 15 3 5 15 5 ਦੂਣੀ 10 ਜਮਾ 5 ਤੀਏ 15 3 ਏਕਮ 3 ਇਹ ਬਣ ਗਿਆ ਤੁਹਾਡਾ 13/15। 2 ਦੀ ਘਾਤ 13/15 ਇਹ ਤੁਹਾਡਾ ਆਨਸਰ ਹੈ। ਇਹਦਾ ਸੈਕਿੰਡ ਪਾਰਟ ਜਿਹੜਾ ਨਾ ਉਹ ਇਸ ਤਰ੍ਹਾਂ ਕਿ ਇਹਨੂੰ ਗੁਣਾ ਕਰਦੀ ਪਈ ਹੈ 2/3 ਇਹਨੂੰ ਇਹਦੀ ਘਾਤ ਹੈਗੀ ਹੈ 2/3 ਤੇ ਉਹਨਾਂ ਦੀ ਵੀ ਘਾਤ ਦੋਨਾਂ ਦੀ ਘਾਤ ਕਿੰਨੀ ਹੈ 1/5 ਤੇ ਤੁਸੀਂ ਇਹਨੂੰ ਸਿੰਪਲ ਵੇ ਨਾਲ ਲਿਖ ਸਕਦੇ ਹੋ 2/3 ਗੁਣਾ 1/5 ਇਹ ਤੁਹਾਡੀ ਬਣ ਜਾਏਗੀ 2 ਦੀ ਘਾਤ 2/15। ਇਹ ਤੁਹਾਡੇ ਦੋਨੋਂ ਪਾਰਟ ਨਿਕਲ ਗਏ ਇਹਦੇ 11ਵੇਂ ਸਵਾਲ ਦੇ। ਹੁਣ ਸਾਡਾ ਅਗਲਾ ਜਿਹੜਾ ਸਵਾਲ ਆ ਥੋੜਾ ਜਿਹਾ ਇੰਪੋਰਟੈਂਟ ਹੈ ਤੇ ਟਾਈਮ ਵੀ ਥੋੜਾ। ਅਸੀਂ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਗੱਲ ਸਵਾਲ ਸਮਝਾਉਣਾ ਚਾਹਾਂਗਾ ਕਿ ਜਿਸ ਤਰ੍ਹਾਂ ਕਿ ਨਾ ਇਹ ਸਾਡਾ ਇੱਕ 12ਵਾਂ ਸਵਾਲ ਤੁਸੀਂ ਇਹ ਦੇਖੋ ਤੁਸੀਂ 1/7 ਘਟਾਓ ਵਰਗਮੂਲ 6 ਦਾ ਪਰਿਮੇਕਰਨ ਪਤਾ ਕਰੋ। ਪਰਿਮੇਕਰਨ ਇਹ ਕਿਸ ਤਰ੍ਹਾਂ ਨਿਕਲੇਗਾ 1/7 ਘਟਾਓ ਵਰਗਮੂਲ 6 ਇਹਨੂੰ ਗੁਣਾ ਕਰੋ ਵਰਗਮੂਲ 7 ਤੇ ਜਮਾ ਵਰਗਮੂਲ 6 ਉੱਪਰ ਵੀ ਤੇ ਥੱਲੇ ਵੀ। ਹੁਣ ਤੁਸੀਂ ਦੇਖੋ ਇਹਨੂੰ ਪੂਰੇ ਨੂੰ 1 ਗੁਣਾ ਕਰਦੀ ਪਈ ਹੈ ਤੇ ਵਰਗਮੂਲ 7 ਜਮਾ ਵਰਗਮੂਲ 6 ਸੇਮ ਰਹਿ ਜਾਏਗਾ। ਪਰ ਹੁਣ ਥੱਲੇ ਫਾਰਮੂਲਾ ਲੱਗ ਗਿਆ a ਘਟਾਓ b ਗੁਣਾ a ਜਮਾ b a ਕਿਹਦੇ ਬਰਾਬਰ ਹੁੰਦਾ a ਦੀ 2 ਘਟਾਓ b ਦੀ 2 ਪਰ ਇਹ ਕਿੰਨਾ ਸਾਡੇ ਕੋਲ ਵਰਗਮੂਲ 7 ਦੀ 2 ਘਟਾਓ ਵਰਗਮੂਲ 6 ਦੀ 2 ਇਹ ਕਿੰਨਾ ਬਣ ਗਿਆ ਵਰਗਮੂਲ 7 ਜਮਾ ਵਰਗਮੂਲ 6 ਵਰਗਮੂਲ 7 ਦੀ 2 ਬਰਾਬਰ ਜੇ ਦੁਬਾਰਾ ਇੱਕ ਮੈਂ ਤੁਹਾਨੂੰ ਵਰਗਮੂਲ 7 ਗੁਣਾ ਵਰਗਮੂਲ 7 ਵੀ ਕਰ ਸਕਦੇ ਹਾਂ ਅਸੀਂ 2 ਵਾਰੀ ਵਰਗਮੂਲ ਕੀਤਾ ਇੱਕੋ ਡਿਜਿਟਸ ਹੈ ਇਸ ਕਰਕੇ ਕਿੰਨਾ ਆ ਗਿਆ ਵਰਗਮੂਲ 7 ਗੁਣਾ ਵਰਗਮੂਲ 7 ਤੇ ਵਰਗਮੂਲ 6 ਗੁਣਾ ਵਰਗਮੂਲ 6 ਬਰਾਬਰ 6 ਆ ਗਿਆ 7 ਘਟਾਓ 6 ਬਰਾਬਰ ਵਰਗਮੂਲ 7 ਜਮਾ ਵਰਗਮੂਲ 6/1 ਇਹ ਸਾਡਾ ਆਨਸਰ ਆ ਜਾਏਗਾ ਵਰਗਮੂਲ 7 ਜਮਾ ਵਰਗਮੂਲ 6 ਇਹ ਤੁਹਾਡਾ ਆਨਸਰ ਆ ਜਾਏਗਾ। ਇਹ ਚੀਜ਼ 7 ਕਿਉਂ ਆਈ ਇਹ 6 ਚੀਜ਼ ਕਿਉਂ ਆਈ ਹੋ ਸਕਦਾ ਕਿ ਤੁਹਾਡੇ ਦਿਮਾਗ 'ਚ ਇਹ ਚੀਜ਼ ਚਲਦੀ ਪਈ ਹੋਵੇਗੀ ਦੌੜਦੀ ਪਈ ਹੋਵੇਗੀ ਕਿ ਵੀ ਇਹ ਕੀ ਬਣ ਰਿਹਾ ਇਹ ਕਿਸ ਤਰ੍ਹਾਂ ਹੋ ਜਾਂਦਾ। ਹੁਣ ਤੁਸੀਂ ਇਹ ਦੇਖੋ ਕਿ ਜਿੱਦਾਂ ਵਰਗਮੂਲ 7 ਗੁਣਾ ਵਰਗਮੂਲ 7 ਹੈਗਾ ਇਹਨੂੰ ਅਸੀਂ ਇਸ ਤਰੀਕੇ ਨਾਲ ਵੀ ਲਿਖ ਸਕਦੇ ਹਾਂ ਵਰਗਮੂਲ 7 ਦੀ ਘਾਤ 2 ਲਿਖ ਸਕਦੇ ਹਾਂ ਜਿਸ ਤਰ੍ਹਾਂ ਕਿ ਅਸੀਂ ਇਹ ਲਿਖਿਆ ਸੀ। ਹੁਣ ਤੁਸੀਂ ਦੇਖੋ ਕਿ ਜਦੋਂ 7 ਟੁੱਟੇਗਾ ਤੇ 2 ਗੁਣਾ ਇਹਦੀ ਇੱਥੇ ਕਿੰਨਾ ਹੁੰਦਾ 2 ਹੁੰਦਾ
ਤੇ ਜਦੋਂ ਇਹਨੂੰ ਖੋਲਾਂਗੇ ਤੇ ਇਹ ਗੁਣਾ ਹੋਏਗੀ 1/2 ਨਾਲ 2 ਨਾਲ 2 ਕੱਟ ਗਿਆ ਤੇ ਕਿੱਥੇ ਰਹਿ ਗਈ 7 ਦੀ ਘਾਤ 1 ਬਰਾਬਰ